ਹੁਣ ਬੇਨਤੀ ਕਰਦੇ ਆ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਹੋਰਾਂ ਨੂੰ ਕਿ ਉਹ ਆਪ ਜੀਆਂ ਨੂੰ ਧੰਨ ਧੰਨ ਸਾਹਿਬ श्री गुरु नानक देव महाराज जियां दे प्रकाश दिहाड़े विच गुरमत विचारां सरवण करवाउण जी। आप जी गुरमत विचारां सरवण करो जी ते गुरु साहब जी दीयां खुशियां प्राप्त करो जी। बख्शिशां दे दाते सतगुरु जी, खंडां ब्रह्मंडां दे मालक, रहमतां दे समुंदर, जुगो जुग अटल शब्द गुरु तखत चबर छतर दे मालक साहिब श्री गुरु ग्रंथ साहिब जी महाराज जी नूं नतमस्तक हो रही समूह गुरु कीआं संगतां नूं, जिथों तक भी आवाज़ पहुँचती होवे गुरु नानक नाम लेवा प्राणियां नूं अते खालसा पंथ नूं, जगत गुरु बाबा धन गुरु नानक पातशाह जी दे पावन प्रकाश पुरब दियां बेअंत 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 बधाइयां, जिन्हां दे अंदर रब्बी प्यार दी चिणग जाग पवे, और रब्बी प्यार एक खिच बन जावे, हिरदे विच उस रब दे लई ते रब दी खलकत दे लई आपा वार के जीवन जिउण दी एक धू पै जावे। उन्हां प्यारियां रूहां दे पातशाह ने गुरु नानक पातशाह जी, जिन्हां ते रीझ गए, जिन्हां ते खुश हो गए, उन्हां दा सुभाव सोच दोनों बदलेगी। जिन्हां ते गुरु नानक पातशाह रीझ पे, उन्हां दे घर दा माहौल धर्मशाला वर्गा बनेगा। जिन्हां ते रीझ पे, उन्हां दे बच्चे आग्याकारी बनणगे, गुरबाणी नाल गुरसिੱਖੀ नाल गुरमत नाल प्यार करन वाले बनणगे। पर समझना तो यह है कि रूहां दे पातशाह रब्बी प्यार वालियां रूहां दे पातशाह धन गुरु नानक साहिब जी महाराज रीझ दे किवें ने। वो तो पुत्रां ते नहीं रीझे, वो तो अपने पिता ते खुश नहीं होए। वो जिन्हां ते रीझदे ने उन्हां दे हिरदे विच बैठना चाहुंदे ने। आ गुरपुरब मनाउणे, धार्मिक रस्मां निभाउणियां सफल हो जाणगियां जे भेद आ जावे गुरु नानक पातशाह रीझ दे किवें ने। उन्हां बचपन दीयां खेडां खेडियां बच्चियां वांग नहीं, जिन्हां बच्चियां विच बैठदे सन उन्हां नूं रब्बी खेड समझा जांदे। उन्हां दे कौतक आम बंदे दी समझ तो परे ने। पिता दियां सुख सहूलतां छड्डियां मोदी खाने दी चंगी चोखी आमदन वाली नौकरी छड्डी तुर पए। अपने नाल एक साथी मरदाना ले आए। किसी नूं समझ नहीं आ रहा इन्हां दा मिशन चल किधर नूं रहे ने। कदी कदी गुरु नानक पातशाह जी नूं भाई मरदाना जी पुछदे ने, बाबा चले किते आ? गुरु बाबे दा जवाब सी, जिधर रब ले जावे रब दी रजा विच चलांगे। कदी सुल्तानपुर लोधी मसीत विच चले जाते हैं। उतों का नवाब दौलत खां
ਤੇ ਕਾਜੀ ਗੁਰੂ ਪਾਤਸ਼ਾਹ ਦੇ ਬਚਨਾਂ ਦਾ ਕਾਇਲ ਹੋ ਕੇ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੁੰਦੇ ਨੇ ਤੇ ਗੁਰੂ ਪਾਤਸ਼ਾਹ ਰੀਝ ਜਾਂਦੇ ਨੇ ਉਹਨਾਂ ਦੋਨਾਂ ਤੇ। ਨਵਾਬ ਦੌਲਤ ਖਾਂ ਅਤੇ ਕਾਜੀ ਤੇ ਰੀਝੇ ਨੇ ਤੇ ਉਹਨਾਂ ਦੋਨਾਂ ਨੂੰ ਲੱਗਿਆ ਕਿ ਦੁਨੀਆ ਦੀ ਅਸਲੀ ਵੱਡੀ ਮਸੀਤ ਤਾਂ ਆ ਸੰਸਾਰ ਹੈ। ਬਾਬੇ ਦਾ ਜੀਵਨ ਹੀ ਖੁਦ ਧਾਰਮਿਕ ਸਥਾਨ ਹੈ। ਜਦੋਂ ਗੁਰੂ ਬਾਬਾ ਪਹੁੰਚਦੇ ਨੇ ਇੰਡੀਆ ਦੀ ਸਟੇਟ ਉੜੀਸਾ ਦੇ ਵਿੱਚ ਇੱਕ ਸ਼ਹਿਰ ਹੈ ਪੁਰੀ। ਉਸ ਸ਼ਹਿਰ ਦੇ ਵਿੱਚ ਜਗਨਨਾਥ ਦਾ ਇੱਕ ਮੰਦਿਰ ਹੈ। ਉਸ ਮੰਦਿਰ ਦੇ ਵਿੱਚ ਲੋਕ ਆਰਤੀ ਕਰ ਰਹੇ ਨੇ। ਗੁਰੂ ਬਾਬੇ ਦੇ ਬਚਨਾਂ ਨੇ ਉਹਨਾਂ ਦਾ ਹਿਰਦਾ ਝੰਜੋੜ ਕੇ ਰੱਖ ਦਿੱਤਾ। ਗੁਰੂ ਪਾਤਸ਼ਾਹ ਦੇ ਬਚਨਾਂ ਨੇ ਉਹਨਾਂ ਲੋਕਾਂ ਨੂੰ ਇੱਕ ਬਹੁਤ ਵੱਡੀ ਰੱਬ ਦੀ ਆਰਤੀ ਹੁੰਦੀ ਦਿਖਾ ਦਿੱਤੀ। ਜਿਨ੍ਹਾਂ ਦੇ ਮਨਾਂ ਤੇ ਗੁਰੂ ਪਾਤਸ਼ਾਹ ਦੇ ਬਚਨਾਂ ਦਾ ਪ੍ਰਭਾਵ ਪਿਆ, ਉਹਨਾਂ ਨੂੰ ਲੱਗਿਆ ਕਿ ਇਹ ਆਕਾਸ਼ ਇੱਕ ਬਹੁਤ ਵੱਡਾ ਥਾਲ ਹੈ। ਇਹਦੇ ਵਿੱਚ ਚੰਦਰਮਾ ਤੇ ਸੂਰਜ ਦੋ ਦੀਵੇ ਜਗਦੇ ਨੇ। ਜਿੰਨੇ ਤਾਰੇ ਨੇ ਉਹ ਮੋਤੀ ਰੱਖੇ ਹੋਏ ਨੇ। ਜਿੰਨੀ ਬਨਸਪਤੀ ਫੁੱਲਾਂ ਦੀ ਸੁਗੰਧੀ ਹੈ ਉਹ ਰੱਬ ਦੀ ਧੂਪ ਧੁਖ ਰਹੀ ਹੈ। ਜਿਹੜੀ ਹਵਾ ਚੱਲਦੀ ਹੈ ਚਬਰ ਕਰ ਰਹੀ ਹੈ। ਜਦੋਂ ਗੁਰੂ ਬਾਬੇ ਦੇ ਬਚਨਾਂ ਨੇ ਅਸਰ ਪਾਇਆ, ਰੱਬ ਦੀ ਵੱਡੀ ਆਰਤੀ ਦੇਖੀ, ਪਤਾ ਲੱਗਿਆ ਗੁਰੂ ਬਾਬਾ ਖੁਦ ਹੀ ਆਰਤੀ ਆ। ਆਖੋ ਵਾਹਿਗੁਰੂ। ਸਾਡੇ ਵਰਗਾ ਪੜ੍ਹਦਾ ਰਹਿੰਦਾ ਹੈ ਸੋਹਿਲਾ ਸਾਹਿਬ। ਸੋਹਿਲਾ ਸਾਹਿਬ ਦਾ ਤੀਸਰਾ ਸ਼ਬਦ ਅਸੀਂ ਪੜ੍ਹ ਤਾਂ ਲੈਂਦੇ ਹਾਂ, ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਸਾਨੂੰ ਉਸ ਵੱਡੀ ਆਰਤੀ ਵੱਲ ਧਿਆਨ ਨਹੀਂ ਜਾਂਦਾ ਕਿਉਂਕਿ ਗੁਰੂ ਬਾਬਾ ਸਾਡੇ ਤੇ ਹਾਲੇ ਰੀਝੇ ਨਹੀਂ। ਉਹਨਾਂ ਗੱਲੀ ਬਾਤੀ ਰੀਝਣਾ ਵੀ ਨਹੀਂ। ਉਹਨਾਂ ਸਾਡੇ ਕਰਮ ਕਾਂਡ ਧਾਰਮਿਕ ਰਸਮ ਰਿਵਾਜ ਦੇਖ ਕੇ ਨਹੀਂ ਰੀਝਣਾ। ਗੁਰੂ ਬਾਬੇ ਨੇ ਬਾਹਰਲਾ ਪਹਿਰਾਵਾ ਦੇਖ ਕੇ ਨਹੀਂ ਰੀਝਣਾ। ਇਹ ਸੱਚ ਹੈ। ਜਿਨ੍ਹਾਂ ਤੇ ਗੁਰੂ ਪਾਤਸ਼ਾਹ ਖੁਸ਼ ਹੁੰਦੇ ਉਹਨਾਂ ਦੇ ਹਿਰਦੇ ਵਿੱਚ ਬੈਠ ਜਾਂਦੇ। ਉਹ ਬੇਬੇ ਨਾਨਕੀ ਦੇ ਹਿਰਦੇ ਵਿੱਚ ਬੈਠੇ, ਉਹ ਰਾਏ ਬੁਲਾਰ ਦੇ ਹਿਰਦੇ ਵਿੱਚ ਬੈਠੇ, ਉਹ ਨਵਾਬ ਦੌਲਤ ਖਾਂ ਵਰਗਿਆਂ ਦੇ ਹਿਰਦੇ ਵਿੱਚ ਬੈਠ ਗਏ, ਭਾਈ ਲਾਲੋ ਦੇ ਹਿਰਦੇ ਵਿੱਚ ਬੈਠ ਗਏ। ਕੌਤਕ ਵਰਤਾਉਂਦਿਆਂ ਅਖੀਰ ਭਾਈ ਲਹਿਣਾ ਜੀ ਦੇ ਤਾਂ ਅੰਦਰ ਹੀ ਸਮਾ ਗਏ। ਆਖੋ ਪਿਤਾ ਤੇ ਨਹੀਂ ਰੀਝੇ, ਪੁੱਤਰਾਂ ਤੇ ਨਹੀਂ ਰੀਝੇ, ਗੱਲੀ ਬਾਤੀ ਨਹੀਂ ਰੀਝੇ, ਤੁਰ ਪਏ। ਲੱਭਦੇ ਨੇ ਕਿਸ ਹਿਰਦੇ ਵਿੱਚ ਬੈਠਾ, ਗੁਰਮੁਖ ਭਾਲਣ ਤੁਰ ਪਏ। ਇੱਕ ਮਿਸ਼ਨ ਲੈ ਕੇ ਤੁਰ ਪਏ। ਦੁਨੀਆ ਤੇ ਜਿਹੜੇ ਗੁਰਮੁਖ ਲੱਭਣਗੇ ਉਹਨਾਂ ਨੂੰ ਪਰਉਪਕਾਰੀ ਬਣਾਵਾਂਗਾ। ਜਿਹੜੇ ਨਿਰਗੁਣਿਆਰੇ ਹੋਣਗੇ, ਜਿਨ੍ਹਾਂ ਕੋਲ ਗੁਰੂ ਬਾਬੇ ਪ੍ਰਤੀ ਥੋੜੀ ਬਹੁਤ ਵੀ ਪਰਖ ਦ੍ਰਿਸ਼ਟੀ ਹੋਵੇਗੀ, ਉਹਨਾਂ ਨੂੰ ਗੁਣ ਵਾਲੇ ਬਣਾਵਾਂਗਾ। ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤੁਰ ਪਏ ਗੁਰੂ ਬਾਬਾ। ਗੁਣਵੰਤਿਆਂ ਨੂੰ ਪਰਉਪਕਾਰੀ ਬਣਾਉਣ, ਨਿਰਗੁਣਿਆਰਿਆਂ ਨੂੰ ਗੁਣ ਵਾਲੇ ਬਣਾਉਣ ਤੁਰ ਪਏ। ਦੋ ਤਰ੍ਹਾਂ ਦੀ ਸੋਚ ਗੁਰੂ ਬਾਬੇ ਦੇ ਰਾਹ ਵਿੱਚ ਰੁਕਾਵਟਾਂ ਬਣੀ।
ਇੱਕ ਸੋਚ ਰਿਲੀਜੀਅਸ ਬਿਗਟਰੀ, ਧਾਰਮਿਕ ਕੱਟੜਤਾ। ਜਦੋਂ ਮਨੁੱਖ ਨੂੰ ਇੱਕ ਭਰਮ ਪੈ ਜਾਵੇ ਕਿ ਜਿਹੜਾ ਤਰੀਕਾ ਮੈਂ ਧਰਮ ਦਾ ਨਿਭਾ ਰਿਹਾ ਬਸ ਇਹੀ ਫਾਈਨਲ ਹੈ, ਇਹੀ ਆਖਰੀ ਸੱਚ ਹੈ, ਉਹ ਦੂਸਰੇ ਦੇ ਵਿਚਾਰ ਨਹੀਂ ਸੁਣੇਗਾ, ਉਹ ਦੂਸਰੇ ਦੀ ਸੋਚ ਨੂੰ ਨਹੀਂ ਸਮਝੇਗਾ, ਉਹ ਆਪਣੀ ਸੋਚ ਨੂੰ ਦੂਸਰਿਆਂ ਤੇ ਥੋਪਣ ਦੀ ਕੋਸ਼ਿਸ਼ ਕਰੇਗਾ। ਉਹਨੂੰ ਧਾਰਮਿਕ ਕੱਟੜਤਾ ਕਹਿੰਦੇ ਨੇ। ਇਹ ਰਿਲੀਜੀਅਸ ਵਿਕਟਰੀ ਰੱਬੀ ਰੂਹਾਂ ਦੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਵਿੱਚ ਰੁਕਾਵਟਾਂ, ਵਿਘਨ, ਰਾਹ ਰੋਕਣ ਦੇ ਯਤਨ ਚੱਲਦੇ ਰਹੇ, ਚੱਲਦੇ ਹਨ, ਚੱਲਦੇ ਰਹਿਣਗੇ। ਦੂਸਰੀ ਸੋਚ ਰੁਕਾਵਟ ਬਣੀ ਗੁਰੂ ਪਾਤਸ਼ਾਹ ਦੇ ਰਾਹ ਵਿੱਚ। ਉਹ ਸੀ ਡੀਪ ਰੂਟਡ ਸੁਪਰਸਟੀਸ਼ਨ। ਮਨੁੱਖ ਦੇ ਗਹਿਰੇ ਤਲ ਵਿੱਚ ਇੱਕ ਗੱਲ ਬੈਠ ਗਈ ਹੈ, ਮੈਂ ਧਰਮ ਦੇ ਕਰਮ ਕਰਾਂਗਾ, ਰੱਬ ਰੀਝ ਜਾਏਗਾ। ਨਹੀਂ ਰੀਝੇਗਾ। 3 ਦਿਨ ਗੁਰੂ ਪਾਤਸ਼ਾਹ ਨੇ ਸ਼੍ਰੀ ਅਖੰਡ ਪਾਠ ਸਾਹਿਬ ਰਾਹੀਂ ਗੁਰਬਾਣੀ ਦਾ ਪ੍ਰਵਾਹ ਪਹੁੰਚਾਇਆ। ਕਿਸ ਹਿਰਦੇ ਵਿੱਚ ਕਿੰਨਾ ਬੈਠਾ, ਇਹ ਤਾਂ ਰਿਜ਼ਲਟ ਪਤਾ ਲੱਗੇਗਾ। 3 ਦਿਨਾਂ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਕਿੰਨਾ ਅੰਦਰ ਬੈਠ ਗਿਆ, ਇਹ ਤਾਂ ਸੁਭਾਅ ਤੇ ਸੋਚ ਕਿੰਨਾ ਬਦਲ ਗਿਆ, ਉੱਥੋਂ ਪਤਾ ਲੱਗੇਗਾ। 3 ਦਿਨਾਂ ਦੇ ਵਿੱਚ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕਿੰਨੀ ਕੁ ਲੈ ਕੇ ਘਰ ਵਿੱਚ ਗਏ, ਤਾਂ ਪਤਾ ਲੱਗੇਗਾ ਘਰ ਦਾ ਮਾਹੌਲ ਕਿੰਨਾ ਕੁ ਬਦਲਿਆ। 3 ਦਿਨਾਂ ਦੇ ਵਿੱਚ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕਿੰਨੀ ਕੁ ਸਾਡੇ ਘਰ ਵਿੱਚ ਗਈ, ਉਹ ਤੇ ਪਤਾ ਲੱਗੇਗਾ ਸਾਡੇ ਬੱਚੇ ਆਗਿਆਕਾਰੀ, ਗੁਰਬਾਣੀ ਨਾਲ ਪਿਆਰ, ਗੁਰਸਿੱਖੀ ਨਾਲ ਪਿਆਰ, ਇਸ ਪਾਸੇ ਕਿੰਨਾ ਕੁ ਤੁਰ ਪਏ। ਅਖੀਰ ਤੇ ਮੇਰੇ ਗੁਰੂ ਪਾਤਸ਼ਾਹ ਨੇ ਅੱਜ ਹੁਕਮਨਾਮੇ ਦੀ ਦਾਤ ਬਖਸ਼ੀ। ਉਹ ਹੁਕਮਨਾਮਾ ਆਪ ਜੀ ਸਕਰੀਨ ਤੋਂ ਦੇਖ ਰਹੇ ਹੋ। ਕਿਆ ਪੜ੍ਹੀ ਹੈ, ਕਿਆ ਗੁਨੀ ਹੈ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਨਹੀਂ ਰੀਝੇਗਾ ਉਹ ਕੇਵਲ ਧਾਰਮਿਕ ਕਰਮਕਾਂਡਾਂ ਤੇ। ਇਹ ਡੀਪ ਰੂਟਡ ਸੁਪਰਸਟੀਸ਼ਨ ਸੋਚ ਗੁਰੂ ਬਾਬੇ ਦੇ ਮਿਸ਼ਨ ਦੇ ਰਾਹ ਵਿੱਚ ਰੁਕਾਵਟਾਂ ਸੀ, ਹੈ ਔਰ ਰਹੇਗੀ। ਇਹਨਾਂ ਬੜੇ ਵਿਘਨ ਪੈਦਾ ਕੀਤੇ ਗੁਰੂ ਪਾਤਸ਼ਾਹ ਦੇ ਮਿਸ਼ਨ ਵਿੱਚ। ਉਹ ਰੱਬੀ ਰੂਹਾਂ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵਿੱਚ ਇਹਨਾਂ ਬੜੇ ਕੰਡੇ ਪੈਦਾ ਕੀਤੇ, ਬੜਾ ਵਿਰੋਧ ਕੀਤਾ। ਉਹ ਨਿੰਦਾ, ਚੁਗਲੀ, ਵਿਰੋਧ, ਸਭ ਕੁਝ ਨੂੰ ਮੇਰੇ ਗੁਰੂ ਪਾਤਸ਼ਾਹ ਨੇ ਕੇਵਲ ਸਹਾਰਿਆ ਨਹੀਂ, ਜਿੱਤਿਆ ਵੀ। ਆਖੋ ਜਿੱਤਿਆ ਉਸ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਜਿਨ੍ਹਾਂ ਦੇ ਅੰਦਰ ਰੱਬੀ ਪਿਆਰ ਦੀ ਖਿੱਚ ਨਹੀਂ, ਜਿਹੜੇ ਆਪਣੇ ਪਿਆਰੇ ਪ੍ਰਭੂ ਦੇ ਪਿਆਰ ਵਿੱਚ ਆਪਾ ਵਾਰਨ ਲਈ ਤਿਆਰ ਨਹੀਂ, ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ਾਂ ਦੀਆਂ ਰਮਜ਼ਾਂ ਦੀ ਸਮਝ ਨਹੀਂ ਆਏਗੀ। ਕਿਆ ਪੜ੍ਹੀ ਹੈ, ਕਿਆ ਗੁਨੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ। ਜਿਨ੍ਹਾਂ ਅੰਦਰ ਰੱਬੀ ਪਿਆਰ ਦੀ ਧੂ ਨਹੀਂ ਪਈ, ਆਪਣੇ ਪਿਆਰੇ ਪ੍ਰਭੂ ਦੀ ਗਲਵਕੜੀ ਦਾ ਆਨੰਦ ਮਾਣਨ ਵਾਸਤੇ, ਉਹਦੇ ਉਪਦੇਸ਼ ਮੰਨਣ ਦੇ ਲਈ ਆਪਾ ਵਾਰਨ ਦੀ ਖਿੱਚ ਨਹੀਂ ਪਈ, ਉਹ ਰੱਬੀ ਰੂਹਾਂ ਦੇ ਪਿਆਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਭੇਦਾਂ ਨੂੰ ਨਹੀਂ ਸਮਝ ਸਕੇ। ਰੁਕਾਵਟਾਂ ਖੜੀਆਂ ਕਰਦੇ ਰਹੇ। ਗੁਰੂ ਪਾਤਸ਼ਾਹ ਜਿੱਤਦੇ ਗਏ। ਇੱਕ ਜੁਰਤ ਦਿਖਾਈ, ਇੱਕ ਜ਼ਿੰਦਗੀ ਦੀ ਰਮਜ ਸਮਝਾਈ,
ਜਿਹੜੇ ਲੋਕ ਮਾਨਸਿਕ ਗੁਲਾਮੀ ਵਿੱਚ ਜਿਉਂਦੇ ਨੇ ਉਹ ਹਮੇਸ਼ਾ ਚਾਪਲੂਸੀਆਂ ਦੇ ਵਿੱਚ ਉਲਝ ਜਾਂਦੇ ਜੇ। ਉਹ ਦੂਸਰਿਆਂ ਨੂੰ ਖੁਸ਼ ਕਰਨ ਦੀ ਬਿਰਤੀ ਵਿੱਚ ਬੁਰੀ ਤਰ੍ਹਾਂ ਫਸ ਜਾਂਦੇ ਨੇ। ਉਹ ਲੋਕ ਲਾਜ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਂਦੇ ਨੇ। ਜਿਸ ਦੁਨੀਆ ਨੂੰ ਖੁਸ਼ ਕਰਨ ਵਾਸਤੇ ਫੈਸਲੇ ਲੈਂਦੇ ਨੇ ਉਹ ਦੁਨੀਆ ਕਦੀ ਕਿਸੇ ਤੇ ਖੁਸ਼ ਹੋਈ ਹੋਈ ਨਹੀਂ। ਜਿਹਨੇ ਖੁਸ਼ ਹੋਣਾ ਉਹਨੂੰ ਖੁਸ਼ ਕਰਨ ਵਾਸਤੇ ਕੁਝ ਕੀਤਾ ਹੀ ਨਹੀਂ। ਗੁਰੂ ਬਾਬਾ ਨੇ ਐਸੇ ਉਪਦੇਸ਼, ਗੁਰੂ ਦੇ ਬਚਨਾਂ ਦੀਆਂ ਚੋਟਾਂ ਮਾਰੀਆਂ। ਮਾਨਸਿਕ ਗੁਲਾਮੀ ਵਿੱਚ ਜਿਉਣ ਵਾਲਿਆਂ ਦੀਆਂ ਗੁਲਾਮੀਆਂ ਕੱਟ ਕੇ ਉਹਨਾਂ ਦੇ ਅੰਦਰ ਜੁਰਤ ਪੈਦਾ ਕੀਤੀ। ਜਿਹੜਾ ਮਨੁੱਖ ਦੁਨੀਆ ਨੂੰ ਖੁਸ਼ ਕਰਨਾ ਚਾਹੁੰਦਾ ਹੈ, ਲੋਕ ਲਾਜ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ ਚਾਹੁੰਦਾ ਹੈ, ਉਹ ਕਦੀ ਕਦਾਈ ਦੁਨੀਆ ਨੂੰ ਖੁਸ਼ ਕਰਨ ਵਾਸਤੇ ਆਪਣੇ ਬੱਚਿਆਂ ਦੇ ਰਾਹ ਵਿੱਚ ਵੀ ਕੰਡੇ ਬੀਜ ਬੈਠਦਾ ਹੈ। ਜਿੰਨੇ ਖੁਸ਼ੀਆਂ ਦੇ ਸਮਾਗਮਾਂ ਵਿੱਚ ਨਸ਼ੇ ਆਉਂਦੇ ਨੇ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਆਉਂਦੇ ਨੇ, ਗੁਰੂ ਨੂੰ ਨਹੀਂ। ਉਸ ਪਾਤਸ਼ਾਹ ਨੇ ਨਹੀਂ ਰੀਝਣਾ। ਗੁਰੂ ਪਾਤਸ਼ਾਹ ਨੇ ਗਿਆਨ ਦੇ ਹੰਕਾਰ ਵਿੱਚ ਮੱਤੇ ਹੋਏ ਬਨਾਰਸ ਦੇ ਪੰਡਤਾਂ ਨੂੰ ਕੀਰਤਨ ਨਹੀਂ ਸੁਣਾਇਆ। ਉਹ ਇੱਕ ਠੱਗ ਦੀ ਸਰਾਂ ਵਿੱਚ ਬੈਠ ਕੇ ਸੱਜਣ ਨੂੰ ਕੀਰਤਨ ਸੁਣਾਉਣ ਤੁਰ ਪਏ। ਸੱਜਣ ਨੂੰ ਕੀਰਤਨ ਹੀ ਨਹੀਂ ਸੁਣਾਇਆ, ਉਹਨੂੰ ਬਦਲ ਵੀ ਦਿੱਤਾ ਤੇ ਸੱਜਣ ਦੇ ਅੰਦਰ ਗੁਰੂ ਪਾਤਸ਼ਾਹ ਸੱਜਣ ਬਣ ਕੇ ਬੈਠ ਵੀ ਗਏ। ਗੁਰੂ ਪਾਤਸ਼ਾਹ ਕਾਬੇ ਗਏ। ਅਸੀਂ ਮੱਕਾ ਕਹਿ ਦਿੰਦੇ ਹਾਂ, ਮੱਕਾ ਸ਼ਹਿਰ ਦਾ ਨਾਮ, ਅਸਥਾਨ ਕਾਬਾ ਹੈ। ਕਾਬੇ ਵਿੱਚ ਕਾਜੀ ਗੁਰੂ ਪਾਤਸ਼ਾਹ ਦੇ ਨਾਲ ਚਰਚਾ ਕਰਦੇ ਨੇ, ਡਿਸਕਸ਼ਨ ਕਰਦੇ ਨੇ। ਜਿਸ ਦੇ ਹਿਰਦੇ ਨੂੰ ਗੁਰੂ ਪਾਤਸ਼ਾਹ ਦੇ ਬੋਲ ਹਲੂਣ ਦੇਣ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਦੇ ਬਚਨਾਂ ਤੋਂ ਝੰਜੋੜਾ ਮਿਲ ਜਾਵੇ, ਜਿਹੜਾ ਗੁਰੂ ਪਾਤਸ਼ਾਹ ਦੇ ਬਚਨਾਂ ਵਿੱਚੋਂ ਨਿਕਲੀਆਂ ਹੋਈਆਂ ਸਿੱਖਿਆਵਾਂ ਦੀਆਂ ਚੋਟਾਂ ਖਾਣ ਸਿੱਖ ਜਾਵੇ, ਗੁਰੂ ਬਾਬੇ ਦੀ ਕਲਾ ਉਹਨਾਂ ਨੂੰ ਬਦਲ ਦਿੰਦੀ ਜੇ। ਮੱਕੇ ਦੇ ਕਾਜੀ ਕਹਿ ਉੱਠੇ, ਬਾਬਾ ਅੱਜ ਪਤਾ ਲੱਗਿਆ ਦੁਨੀਆ ਤੇ ਸਭ ਤੋਂ ਵੱਡਾ ਕਾਬਾ, ਸਭ ਤੋਂ ਵੱਡਾ ਧਾਰਮਿਕ ਸਥਾਨ ਤੇ ਤੂੰ ਖੁਦ ਆਪ ਆਇਆ। ਜਿੱਥੇ ਵੀ ਗਏ ਹਲੂਣੇ ਦਿੱਤੇ। ਬਦਕਿਸਮਤੀ ਪਿਤਾ ਉਹਨਾਂ ਹਲੂਣਿਆਂ ਤੋਂ ਫਾਇਦਾ ਨਾ ਉਠਾ ਸਕਿਆ, ਹਲੂਣਿਆਂ ਨਹੀਂ ਗਿਆ। ਬਦਕਿਸਮਤੀ ਪੁੱਤਰ ਵੀ ਗੁਰੂ ਪਾਤਸ਼ਾਹ ਦੇ ਬਚਨਾਂ ਤੋਂ ਝੰਜੋੜੇ ਨਹੀਂ ਗਏ। ਗੁਰੂ ਪਾਤਸ਼ਾਹ ਕਹਿੰਦੇ, ਸ੍ਰੀ ਚੰਦ ਚੂਹੀ ਮਰੀ ਹੋਈ ਸੋਟਾ ਕਹਿੰਦੇ ਚੰਗੇ ਲੱਗਦੇ ਆ? ਕਿਸੇ ਸੇਵਕ ਨੂੰ ਕਹਿ ਦੋ। ਪੁੱਤਰ ਉੱਪਰੋਂ ਛੱਤ ਚੋ ਰਹੀ ਹੈ, ਮਿੱਟੀ ਲਾਇਆ, ਅਸੀਂ ਚੰਗੇ ਲੱਗਦੇ ਹਾਂ? ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਮੰਨਣ ਤੋਂ ਨਾ ਕਰਨ ਵਾਲੇ ਤੇ ਗੁਰੂ ਪਾਤਸ਼ਾਹ ਕਦੀ ਖੁਸ਼ ਹੋਏ ਨਹੀਂ, ਨਾ ਹੋਣਗੇ। ਜਿਹੜਾ ਮੰਨਣ ਨੂੰ ਤਿਆਰ ਨਹੀਂ, ਉਹ ਖੁਸ਼ੀ ਨਹੀਂ ਲੈ ਸਕਦਾ। ਘਰਾਂ ਵਿੱਚ ਦੇਖ ਲੈਣਾ, ਜਿਹੜਾ ਪੁੱਤਰ ਧੀ ਆਪਣੇ ਮਾਪਿਆਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ, ਮਾਪਿਆਂ ਦੀ ਖੁਸ਼ੀ ਤੇ ਅਸੀਸ ਕਿੱਥੋਂ ਲੈ ਲਏਗਾ? ਨਹੀਂ ਮਿਲੇਗੀ, ਭਟਕਦਾ ਰਹੇ। ਜਿਹੜੇ ਪਤੀ ਪਤਨੀ ਇੱਕ ਦੂਸਰੇ ਦੀ ਗੱਲ ਨੂੰ ਖਿੜੇ ਮੱਥੇ ਨਹੀਂ ਮੰਨਦੇ, ਉਹ ਖੁਸ਼ੀਆਂ ਕਿੱਥੋਂ ਲੱਭਣਗੇ?
नहीं मिलेगी। ਮੰਨਣ ਦੀ ਭਾਵਨਾ ਮੇਰੇ ਗੁਰੂ ਪਾਤਸ਼ਾਹ ਰੋਮ ਰੋਮ ਵਿੱਚ ਭਰਨਾ ਚਾਹੁੰਦੇ ਸਨ। ਜਿਨ੍ਹਾਂ ਅੰਦਰ ਮੰਨਣ ਦੀ ਭਾਵਨਾ ਨਹੀਂ ਸੀ, ਗੁਰੂ ਪਾਤਸ਼ਾਹ ਨਹੀਂ ਰੀਝੇ ਉਹਨਾਂ ਤੇ। ਅੱਜ ਵੀ ਜਿਨ੍ਹਾਂ ਦੇ ਅੰਦਰ ਮੰਨਣ ਦੀ ਭਾਵਨਾ ਨਹੀਂ, ਗੁਰੂ ਪਾਤਸ਼ਾਹ ਨਹੀਂ ਰੀਝਣਗੇ। ਕੀ ਨਿਸ਼ਾਨੀ ਹੈ? ਅਸੀਂ ਗੁਰਪੁਰਬ ਮਨਾਇਆ, ਗੁਰੂ ਪਾਤਸ਼ਾਹ ਸਾਡੇ ਤੇ ਖੁਸ਼ ਹੋ ਗਏ। ਆ ਸ਼ਾਮ ਤੱਕ ਕੁਝ ਘੰਟੇ ਸਾਡੀ ਜ਼ਿੰਦਗੀ ਰਹਿੰਦੀ ਹੈ, ਜੇ ਤੇ ਅੱਜ ਸ਼ਾਮ ਤੱਕ ਥੋੜਾ ਬਹੁਤ ਵੀ ਨਿੰਦਾ ਦਾ ਰਸ ਮਾਣ ਲਿਆ, ਸਮਝ ਲਿਓ ਗੁਰੂ ਪਾਤਸ਼ਾਹ ਨਹੀਂ ਖੁਸ਼ ਹੋਏ, ਸਾਡਾ ਮਨ ਭਿੱਜਿਆ ਹੀ ਨਹੀਂ। ਜਿਨ੍ਹਾਂ ਤੇ ਗੁਰੂ ਪਾਤਸ਼ਾਹ ਖੁਸ਼ ਹੋ ਗਏ, ਰੀਝ ਪਏ, ਉਹਨਾਂ ਦਾ ਮਨ ਗੁਰੂ ਬਾਬੇ ਦੇ ਬਚਨਾਂ ਵਿੱਚ ਐਸਾ ਪਤੀਤ ਜਾਂਦਾ ਹੈ, ਉਸ ਗੁਰੂ ਪਾਤਸ਼ਾਹ ਦੀ ਗਲਵਕੜੀ ਦੇ ਪਿਆਰ ਵਿੱਚ ਸਮੋ ਜਾਂਦਾ ਹੈ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਐਸਾ ਭਿੱਜ ਜਾਂਦਾ ਹੈ, ਉਹਦੇ ਲਈ ਦੁਨੀਆ ਨਹੀਂ, ਗੁਰੂ ਬਾਬਾ ਹੁੰਦਾ ਹੈ। ਜਿਹੜੇ ਦੁਨੀਆ ਦੇ ਹੋ ਜਾਂਦੇ ਨੇ, ਉਹ ਪਾਤਸ਼ਾਹ ਦੇ ਨਹੀਂ ਹੋ ਸਕਦੇ। ਆਖੋ, ਜਿਹੜਾ ਦੁਨੀਆ ਨੂੰ ਖੁਸ਼ ਕਰਨਾ ਚਾਹੁੰਦਾ, ਗੁਰੂ ਪਾਤਸ਼ਾਹ ਨੂੰ ਖੁਸ਼ ਨਹੀਂ ਕਰ ਸਕੇਗਾ, ਜਿੱਥੇ ਮਰਜ਼ੀ ਭੱਜ ਲਵੇ। ਜੇ ਗੁਰੂ ਪਾਤਸ਼ਾਹ ਨੂੰ ਖੁਸ਼ ਨਾ ਕਰ ਸਕਿਆ, ਘਰ ਵਿੱਚ ਖੁਸ਼ੀਆਂ ਨਹੀਂ ਆ ਸਕਦੀਆਂ। ਕਿਆ ਪੜ੍ਹੀ ਹੈ, ਕਿਆ ਗੁਨੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਗੁਰੂ ਬਾਬਾ ਜਗਤ ਨੂੰ ਤਾਰਦੇ ਆ ਇੱਕ ਪਿੰਡ ਵਿੱਚ ਚਲੇ ਗਏ। ਵੱਡਾ ਪਿੰਡ ਹੈ, ਸ਼ਹਿਰ ਵਾਂਗ ਘੁੱਗ ਵਸਦਾ ਹੈ, ਜ਼ਿਆਦਾ ਗਰੀਬ ਰਹਿੰਦੇ ਨੇ, ਥੋੜੇ ਬਹੁਤ ਮਿਡਲ ਕਲਾਸ ਦੇ ਬੰਦੇ ਨੇ, ਇੱਕੋ ਹੀ ਅਮੀਰ ਰਹਿੰਦਾ ਉੱਥੇ। ਗਵਰਨਮੈਂਟ ਵੱਲੋਂ ਥਾਪਿਆ ਹੋਇਆ ਇਲਾਕੇ ਦਾ ਮਾਲਕ ਹੈ, ਅੰਦਰੋਂ ਹੰਕਾਰੀ ਹੈ, ਗਰੀਬਾਂ ਨਾਲ ਧੱਕਾ ਕਰਦਾ ਹੈ। ਗਰੀਬ ਧੱਕਾ ਸਹੀ ਜਾ ਰਹੇ ਨੇ, ਉਹ ਗਰੀਬਾਂ ਨੂੰ ਡਰਾਉਂਦਾ ਹੈ, ਉਹ ਡਰੀ ਜਾ ਰਹੇ ਨੇ। ਗੁਰੂ ਪਾਤਸ਼ਾਹ ਪਹੁੰਚਦੇ ਨੇ। ਇਹ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ, ਜਿਹੜੇ ਖੜਦੇ ਹੀ ਉਹਨਾਂ ਨਾਲ ਆ ਜਿਨ੍ਹਾਂ ਨਾਲ ਧੱਕਾ ਹੁੰਦਾ। ਇਹ ਐਸੇ ਪਾਤਸ਼ਾਹ ਨੇ, ਧੱਕਾ ਕਰਨ ਵਾਲਿਆਂ ਨਾਲ ਕਦੀ ਨਹੀਂ ਖੜੇ। ਜਿਹੜੇ ਮਾਪੇ ਬੱਚਿਆਂ ਤੇ ਧੱਕਾ ਕਰਨਗੇ, ਉਹਨਾਂ ਨਾਲ ਕਦੀ ਵੀ ਗੁਰੂ ਪਾਤਸ਼ਾਹ ਨਹੀਂ ਖੜਨਗੇ। ਜਿਹੜੇ ਬੱਚੇ ਮਾਪਿਆਂ ਨਾਲ ਧੱਕਾ ਕਰਨਗੇ, ਗੁਰੂ ਪਾਤਸ਼ਾਹ ਕਦੀ ਨਹੀਂ ਖੜਨਗੇ। ਉਹ ਧੱਕਾ ਕਰਨ ਵਾਲਿਆਂ ਨਾਲ ਨਹੀਂ ਖੜਦੇ, ਜ਼ੁਲਮ ਕਰਨ ਵਾਲਿਆਂ ਨਾਲ ਨਹੀਂ ਖੜਦੇ। ਜਿਸ ਘਰ ਵਿੱਚ ਕਿਸੇ ਵੀ ਮੈਂਬਰ ਤੇ ਜ਼ੁਲਮ ਹੁੰਦਾ ਹੋਏਗਾ, ਰੱਬ ਜ਼ੁਲਮ ਕਰਨ ਵਾਲੇ ਨਾਲ ਕਦੀ ਨਹੀਂ ਖੜੇਗਾ। ਇਹ ਗੁਰੂ ਪਾਤਸ਼ਾਹ ਦਾ ਸੁਭਾਅ ਹੈ। ਪਹੁੰਚ ਗਏ ਨੇ, ਤਰਸ ਆ ਰਿਹਾ ਗਰੀਬਾਂ ਤੇ। ਇੱਕ ਗਰੀਬ ਰਹਿੰਦਾ ਹੈ, ਭਾਈ ਲਾਲੋ, ਸ਼ਹਿਰ ਦਾ ਨਾਮ ਏਮਨਾਬਾਦ ਹੈ। ਗੁਰੂ ਪਾਤਸ਼ਾਹ ਉਸ ਗਰੀਬ ਦੇ ਘਰ ਵਿੱਚ ਪਹੁੰਚ ਜਾਂਦੇ ਨੇ। ਭਾਈ ਲਾਲੋ ਕਿੱਲੇ ਕੱਢ ਰਿਹਾ ਹੈ, ਬੜਾ ਖੁਸ਼ ਹੁੰਦਾ ਹੈ, ਗੁਰੂ ਪਾਤਸ਼ਾਹ ਦੇ ਬਚਨਾਂ ਤੋਂ ਪ੍ਰਭਾਵਿਤ ਹੁੰਦਾ ਹੈ। ਗੁਰੂ ਪਾਤਸ਼ਾਹ ਦੀ ਸ਼ਖਸੀਅਤ ਤੋਂ ਆਪਾ ਵਾਰਨ ਲੱਗ ਪਿਆ। ਗੁਰੂ ਪਾਤਸ਼ਾਹ ਨੂੰ ਬੜੇ ਸਤਿਕਾਰ ਨਾਲ ਕਹਿਣ ਲੱਗਾ, ਸਤਿਗੁਰ ਸੱਚੇ ਪਾਤਸ਼ਾਹ ਜੀ, ਘਰ ਵਿੱਚ ਜਿਹੋ ਜਿਹਾ ਮੰਜਾ ਹੈ, ਜਿਹੋ ਜਿਹਾ ਬਿਸਤਰਾ ਹੈ, ਰੁਕੋ, ਮੈਂ ਮੰਜਾ ਲੈ ਕੇ ਆਉਣਾ, ਬਿਸਤਰਾ ਵਿਛਾਉਣਾ, ਉਸ ਤੇ ਬੈਠੋ, ਤੁਹਾਡੇ ਲਈ ਲੰਗਰ ਤਿਆਰ ਕਰਦੇ, ਪ੍ਰਸ਼ਾਦਾ ਛਕੋ। ਗੁਰੂ ਬਾਬਾ ਬੋਲਿਆ, ਨਹੀਂ, ਆ ਸਾਰੀ ਧਰਤੀ ਸਾਡਾ ਆਸਣ ਹੈ। ਜਿੱਥੇ ਗਰੀਬ ਥੱਲੇ ਬੈਠ ਕੇ ਛਕਦਾ ਏ, ਮੈਂ ਵੀ ਥੱਲੇ ਹੀ ਬੈਠਾਂਗਾ। ਬੈਠ ਕੇ ਪ੍ਰਸ਼ਾਦਾ ਛਕਦੇ ਨੇ। ਇੱਕ ਦਿਨ ਕਿੱਲੇ ਕੱਢ ਰਹੇ,
ਗੁਰੂ ਪਾਤਸ਼ਾਹ ਪੁੱਛਦੇ ਨੇ, ਭਾਈ ਲਾਲੋ ਕੀ ਪਿਆ ਕਰਦਾ ਹੈ? ਜੀ ਕਿੱਲੇ ਕੱਢ ਰਿਹਾ। ਸਤਿਗੁਰੂ ਕਹਿੰਦੇ, ਲਾਲੋ ਸਾਰੀ ਉਮਰ ਕਿੱਲੇ ਹੀ ਕੱਢਦਾ ਰਹੇਗਾ, ਕੁਝ ਹੋਰ ਵੀ ਕਰੇਗਾ? ਭਾਈ ਲਾਲੋ ਨੇ ਦੋਨੋਂ ਹੱਥ ਜੋੜੇ, ਗੁਰੂ ਪਾਤਸ਼ਾਹ ਅੱਗੇ ਸੀਸ ਝੁਕਾਇਆ, ਕਹਿਣ ਲੱਗਾ, ਗੁਰੂ ਪਿਤਾ ਜੀ, ਮੇਰੀ ਮਤ ਇੰਨੀ ਕੁ ਹੈ, ਮੈਨੂੰ ਤਾਂ ਕਿੱਲੇ ਹੀ ਕੱਢਣੇ ਆਉਂਦੇ ਨੇ, ਕਿਰਪਾ ਕਰੋ ਆਪ ਦੱਸੋ ਇਸ ਤੋਂ ਇਲਾਵਾ ਮੈਂ ਹੋਰ ਕੀ ਕਰਾਂ? ਸਤਿਗੁਰੂ ਕਹਿਣ ਲੱਗੇ, ਆਪਣਾ ਮਨ ਘੜ ਲਿਆ ਕਰ, ਸੁਭਾਅ ਘੜ ਲਿਆ ਕਰ, ਸੋਚ ਘੜਿਆ ਕਰ। ਕਹਿਣ ਲੱਗਾ, ਸਤਿਗੁਰੂ ਜੀ ਇਹ ਸੁਭਾਅ ਕਿਵੇਂ ਘੜਿਆ ਜਾਂਦਾ ਜੇ? ਸੁਰਤ ਕਿਵੇਂ ਘੜੀ ਜਾਂਦੀ ਜੇ? ਗੁਰੂ ਬਾਬੇ ਨੇ ਰੱਬੀ ਬਾਣੀ ਸੁਣਾ ਦਿੱਤੀ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਰੱਬ ਦੇ ਉਪਦੇਸ਼ਾਂ ਨੂੰ, ਰੱਬ ਦੀ ਬਾਣੀ ਨੂੰ ਧਿਆਨ ਲਾ ਕੇ ਸਮਝਿਆ ਕਰ, ਆਪਣੇ ਸੁਭਾਅ ਨੂੰ ਪਰਖਿਆ ਕਰ, ਕੰਪੇਅਰ ਕਰਿਆ ਕਰ, ਰੱਬੀ ਬਾਣੀ ਕੀ ਕਹਿ ਰਹੀ ਹੈ ਤੇ ਮੈਂ ਕਿੱਦਾਂ ਜਿਉ ਰਿਹਾ। ਜੇ ਰੱਬੀ ਬਾਣੀ ਕਹਿ ਰਹੀ ਹੈ ਕਿ ਨਿੰਦਾ ਨਹੀਂ ਕਰਨੀ, ਤਾਂ ਘੜ ਲੈ ਇਸ ਸੁਭਾਅ ਨੂੰ, ਆਖੋ ਚੰਗਾ ਰਹਿ ਜਾਏਗਾ, ਘੜ ਲੈ। ਨਾ ਸੁਣੀ ਨਾ ਕਰੀ, ਘੜਿਆ ਜਾਏਗਾ। ਜੇ ਰੱਬੀ ਬਾਣੀ ਕਹਿ ਰਹੀ ਹੈ ਬੇਈਮਾਨੀ ਨਹੀਂ ਕਰਨੀ, ਛੱਡ ਦੇ ਸੋਚ, ਘੜਿਆ ਜਾਏਗਾ। ਰੱਬੀ ਬਾਣੀ ਨੇ ਦੋ ਤਰ੍ਹਾਂ ਦੇ ਉਪਦੇਸ਼ ਦਿੱਤੇ ਨੇ, ਔਰ ਉਪਦੇਸ਼ ਸਾਡੇ ਜੀਵਨ ਨੂੰ, ਸਾਡੀ ਸੋਚ ਨੂੰ, ਸਾਡੇ ਸੁਭਾਅ ਨੂੰ ਦੇਖ ਕੇ ਸਾਡੇ ਸਾਹਮਣੇ ਰੱਖੇ ਨੇ। ਜ਼ਿੰਦਗੀ 'ਚ ਬਹੁਤ ਕੁਝ ਐਸਾ ਜਿਹੜਾ ਕਰਨਾ ਚਾਹੀਦਾ, ਕਰ ਨਹੀਂ ਰਹੇ ਅਸੀਂ। ਬਹੁਤ ਕੁਝ ਐਸਾ ਕਰ ਨਹੀਂ ਰਹੇ, ਛੱਡ ਰਹੇ ਹਾਂ। ਘਰ ਵਿੱਚ ਬੱਚਿਆਂ ਨਾਲ ਬੈਠ ਕੇ ਸਾਖੀਆਂ ਸੁਣਾਉਣੀਆਂ ਚਾਹੀਦੀਆਂ ਨੇ, ਉਹਨਾਂ ਨੂੰ ਗੁਰਬਾਣੀ ਪੜ੍ਹਾਉਣੀ ਚਾਹੀਦੀ ਹੈ, ਟਾਈਮ ਨਹੀਂ ਕੱਢ ਰਹੇ। ਜਿਨ੍ਹਾਂ ਟਾਈਮ ਨਾ ਕੱਢਿਆ ਮਾਰ ਖਾ ਗਿਆ। ਆਖੋ ਮੰਨੇਗਾ ਨਹੀਂ ਤੇ ਅੱਜ ਦਾ ਹੁਕਮਨਾਮਾ ਜ਼ਰੂਰ ਯਾਦ ਕਰਕੇ ਜਾਇਓ। ਇਸੇ ਲਈ ਪਿਆਰਿਆਂ ਨੇ ਸਕਰੀਨ ਤੇ ਡਿਸਪਲੇ ਕੀਤਾ ਹੈ, ਕਿਆ ਪੜ੍ਹੀ ਹੈ, ਕਿਆ ਗੁਨੀ ਹੈ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਅੱਜ ਰੱਬੀ ਪਿਆਰ ਵਾਲੀਆਂ ਰੂਹਾਂ ਦੇ ਪਾਤਸ਼ਾਹ ਦਾ ਗੁਰਪੁਰਬ ਹੈ। ਘਰ ਵਿੱਚ ਜਾ ਕੇ ਸਾਡੇ ਘਰ ਦਾ ਮਾਹੌਲ ਬਦਲਣਾ ਚਾਹੀਦਾ ਹੈ, ਸਾਡਾ ਸੁਭਾਅ ਬਦਲਣਾ ਚਾਹੀਦਾ, ਸਾਡੀ ਸੋਚ ਬਦਲਣੀ ਚਾਹੀਦੀ ਹੈ। ਜ਼ਿੰਦਗੀ 'ਚ ਬਹੁਤ ਕੁਝ ਐਸਾ ਹੈ ਜਿਹੜਾ ਮਨੁੱਖ ਨੂੰ ਬਹੁਤ ਜ਼ਰੂਰੀ ਹੈ, ਸਭ ਤੋਂ ਜ਼ਰੂਰੀ ਹੈ, ਉਹਦੇ ਲਈ ਕਰ ਨਹੀਂ ਰਿਹਾ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਮਨ ਦੀ ਖੇਤੀ ਸੰਵਾਰਨੀ ਹੈ, ਤਾਂ ਕਿ ਬਖਸ਼ਿਸ਼ ਦੀ ਬਾਰਿਸ਼ ਹੋ ਸਕੇ। ਜੇ ਸੁਭਾਵਾਂ ਵਿੱਚ ਕੁੜੱਤਣ ਪਈ ਹੈ ਨਾ, ਭਾਂਡਾ ਮੂਧਾ ਹੈ। ਅੰਦਰ ਨਫ਼ਰਤ ਪਈ ਹੈ ਨਾ, ਤਾਂ ਹਿਰਦੇ ਦਾ ਭਾਂਡਾ ਮੂਧਾ ਹੈ। ਅੰਦਰ ਹੰਕਾਰ ਵਿਖਾਵਾ ਪਿਆ, ਲੋਕਾਂ ਨੂੰ ਖੁਸ਼ ਕਰਨ ਦੀ ਬਿਰਤੀ ਪਈ ਹੈ ਨਾ, ਤੇ ਭਾਂਡਾ ਮੂਧਾ ਹੋ ਗਿਆ। ਜਿੰਨਾ ਮਰਜੀ ਜ਼ੋਰਾਂ ਦਾ ਮੋਲੇ ਧਾਰ ਮੀਂਹ ਵਰਦਾ ਹੋਵੇ, ਉਹ ਕਣੀਆਂ ਹਰ ਥਾਂ ਤੇ ਪੈ ਜਾਂਦੀਆਂ ਨੇ, ਪਰ ਇੱਕੋ ਇੱਕ ਮੂਧਾ ਭਾਂਡਾ ਜਿਹੜਾ ਖਾਲੀ ਰਹਿ ਜਾਂਦਾ, ਉਹਦੇ ਤੇ ਅਸਰ ਨਹੀਂ ਹੁੰਦਾ। ਤਾਂ ਸਾਡੀਆਂ ਜਿੰਨਾ ਆਦਤਾਂ ਨੇ, ਸਾਡੇ ਜਿੰਨਾ ਵਿਚਾਰਾਂ ਨੇ, ਜਿੰਨਾ ਸੋਚਾਂ ਨੇ, ਸਾਡੇ ਹਿਰਦੇ ਦਾ ਭਾਂਡਾ ਮੂਧਾ ਕੀਤਾ ਹੋਇਆ ਨਾ, ਮੇਰੇ ਗੁਰੂ ਪਾਤਸ਼ਾਹ ਕਹਿੰਦੇ ਨੇ, ਆ ਕਰਿਆ ਕਰ। ਆਖੋ ਕਰਿਆ ਕਰ। ਸਵੇਰੇ ਉੱਠ ਕੇ ਘੱਟੋ ਘੱਟ ਆਪਣੇ ਹਿਰਦੇ ਦਾ ਭਾਂਡਾ ਸਿੱਧਾ ਕਰਕੇ ਪਹਿਲਾਂ ਬਖਸ਼ਿਸ਼ ਪਵਾ ਲਿਆ ਕਰ, ਬਾਕੀ ਕੰਮ ਬਾਅਦ ਚ ਕਰਿਆ ਕਰ। ਸਾਡੇ ਸੁਭਾਅ ਵਿੱਚ, ਸਾਡੀ ਸੋਚ ਵਿੱਚ
ਕੁਝ ਐਸੀਆਂ ਆਦਤਾਂ ਬੈਠੀਆਂ ਨੇ ਜਿਹੜੀਆਂ ਨਹੀਂ ਚਾਹੀਦੀਆਂ। ਹਰ ਇੱਕ ਵਿੱਚੋਂ ਨੁਕਸ ਲੱਭਣ ਦੀ ਆਦਤ ਇੱਕ ਦਿਨ ਜ਼ਿੰਦਗੀ 'ਚ ਇਕੱਲਾ ਕਰ ਦੇਵੇਗੀ। ਸਾਰੇ ਪਿੱਛੇ ਹਟਦੇ ਜਾਣਗੇ, ਇੱਕ ਦਿਨ ਜ਼ਿੰਦਗੀ ਨਰਕ ਬਣ ਜਾਏਗੀ। ਕਿਉਂਕਿ ਜੇ ਸਭ ਵਿੱਚੋਂ ਹਰ ਇੱਕ ਵਿੱਚੋਂ ਨੁਕਸ ਲੱਭੇਗਾ, ਇੱਕ ਦਿਨ ਹਰ ਇੱਕ ਨੇ ਤੇਰੇ 'ਚੋਂ ਨੁਕਸ ਲੱਭਣੇ ਨੇ। ਦੇਖ ਲੈਣਾ ਸਮਾਜ ਵਿੱਚ ਰੱਬੀ ਨਿਜ਼ਮ ਨੇ, ਇਹ ਆਦਤਾਂ ਤੈਨੂੰ ਛੱਡਣੀਆਂ ਪੈਣੀਆਂ ਨੇ। ਐ ਮਨਾ, ਰੱਬੀ ਉਪਦੇਸ਼ ਨੇ ਜਿਹੜੀਆਂ ਆਦਤਾਂ, ਜਿਹੜੇ ਵਿਚਾਰ, ਜਿਹੜੀ ਸੋਚ ਛੱਡਣ ਨੂੰ ਕਿਹਾ, ਤੈਨੂੰ ਛੱਡਣੀਆਂ ਪੈਣੀਆਂ। ਆਪਣੇ ਆਪ ਨੂੰ ਸੰਵਾਰਨਾ ਪੈਣਾ ਜੀ। ਗੁਰੂ ਬਾਬੇ ਨੇ ਜਵਾਬ ਦਿੱਤਾ, ਭਾਈ ਲਾਲੋ, ਰੱਬੀ ਉਪਦੇਸ਼ਾਂ ਦੀ ਬਾਣੀ ਨੂੰ ਸਮਝ ਲਿਆ ਕਰ, ਨਿਤ ਗਾ ਲਿਆ ਕਰ। ਭਾਈ ਲਾਲੋ ਕਹਿਣ ਲੱਗਾ, ਗੁਰੂ ਪਿਤਾ, ਸਾਡੇ 'ਚ ਕਿੰਨੀ ਇਤਨੀ ਹਿੰਮਤ, ਤੁਸੀਂ ਕਿਰਪਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਲਾਲੋ ਦੇਖ ਲੈ, ਇਹ ਰੱਬੀ ਬਾਣੀ ਗਾਵਾਂਗੇ, ਇੱਥੇ ਪਿਆਰਿਆਂ ਦਾ ਇਕੱਠ ਹੋ ਜਾਣਾ ਹੈ। ਜਿੱਥੇ ਰੱਬੀ ਬਾਣੀ ਹੋਏਗੀ ਉੱਥੇ ਰੱਬੀ ਪਿਆਰਿਆਂ ਦਾ ਇਕੱਠ ਹੋ ਜਾਂਦਾ, ਉਹਨੂੰ ਸਤ ਸੰਗਤ ਕਹਿੰਦੇ ਨੇ। ਲਾਲੋ ਦੇਖ ਲੈ, ਗਰੀਬੀ ਹੈ, ਇਹ ਗਰੀਬ ਦਾ ਘਰ ਹੈ। ਆਏ ਗਇਆਂ ਦੀ ਆਓ ਭਗਤ ਕਿਤੇ ਰੁਕਾਵਟ ਨਾ ਬਣ ਜਾਵੇ। ਅੱਜ ਬਹੁਤਿਆਂ ਦੇ ਘਰਾਂ ਵਿੱਚ ਜਦੋਂ ਅਖੰਡ ਪਾਠ ਸਾਹਿਬ ਹੁੰਦਾ ਨਾ, ਆਏ ਗਇਆਂ ਦੀ ਆਓ ਭਗਤ ਐਸੀ ਰੁਕਾਵਟ ਬਣ ਜਾਂਦੀ ਹੈ, ਗੁਰੂ ਤੋਂ ਮਿਸ਼ਨ ਹੀ ਨਹੀਂ ਲੈ ਕੇ ਗਏ। ਆਖੋ ਵਾਹਿਗੁਰੂ। ਬੱਚਿਆਂ ਤੱਕ ਪਹੁੰਚਿਆ ਨਾ, ਘਰ ਵਿੱਚ ਪਹੁੰਚਿਆ ਨਾ, ਘਰ ਧਰਮਸ਼ਾਲਾ ਨਾ ਬਣ ਸਕਿਆ, ਬੱਚੇ ਬੱਚੀਆਂ ਗੁਰਬਾਣੀ ਗੁਰਮਤ ਨਾਲ ਜੁੜ ਨਾ ਸਕੇ। ਤਾਂ ਇੱਕ ਜੁਰਤ ਭਰ ਦਿੱਤੀ। ਭਾਈ ਲਾਲੋ ਕਹਿਣ ਲੱਗਾ, ਸਤਿਗੁਰੂ ਜੀ, ਬਾਹਰ ਗਰੀਬੀ ਹੈ ਪਰ ਦਿਲ ਗਰੀਬ ਨਹੀਂ ਹੈ। ਸਤਿਗੁਰੂ ਜੀ ਆਪਾ ਵਾਰ ਦਿਆਂਗਾ। ਗੁਰੂ ਬਾਬਾ ਦੋਨੋਂ ਟਾਈਮ ਭਾਈ ਲਾਲੋ ਦੇ ਘਰ ਵਿੱਚ ਰੱਬੀ ਬਾਣੀ ਗਾਉਂਦੇ। ਜਿਨ੍ਹਾਂ ਜਿਨ੍ਹਾਂ ਦੇ ਅੰਦਰ ਖਿੱਚ ਪਈ ਉਹ ਪਹੁੰਚ ਜਾਂਦੇ। ਨਿਤ ਸਤਸੰਗਤ ਹੋਣ ਲੱਗ ਪਈ। ਕੁਝ ਗੱਲਾਂ ਇਤਿਹਾਸ ਵਿੱਚ ਹੁੰਦੀਆਂ ਨਹੀਂ, ਮਹਿਸੂਸ ਕਰਨੀਆਂ ਪੈਂਦੀਆਂ ਨੇ। ਸੋਚਿਓ ਜਰਾ, ਭਾਈ ਲਾਲੋ ਨੂੰ ਸਾਰਾ ਪ੍ਰਬੰਧ ਕਰਨ ਵਾਸਤੇ ਕੀ ਕੁਝ ਕਰਨਾ ਪੈਂਦਾ ਹੋਵੇਗਾ। ਉਹਨਾਂ ਸਮਿਆਂ ਵਿੱਚ ਦਰੀਆਂ ਨਹੀਂ ਸੀ ਹੁੰਦੀਆਂ ਸੰਗਤ ਨੂੰ ਬਿਠਾਉਣ ਵਾਸਤੇ, ਪਰਾਲੀ ਵਗੈਰਾ ਵਿਛਾ ਕੇ ਪ੍ਰਬੰਧ ਕਰਨਾ ਹੁੰਦਾ ਸੀ। ਭਾਈ ਲਾਲੋ ਆਪਾ ਵਾਰਦਾ ਸੀ। ਉਸ ਪਿੰਡ ਦੇ ਲੋਕ ਮਾਨਸਿਕ ਗੁਲਾਮੀ ਵਿੱਚ ਜਿਉਂਦੇ ਸੀ। ਜਿਹੜਾ ਡਰਾਉਂਦਾ ਸੀ ਉਹ ਤੋਂ ਡਰਦੇ ਸੀ। ਆਪਣੇ ਮਤਲਬ ਲਈ ਚਾਪਲੂਸੀਆਂ ਕਰ ਜਾਂਦੇ ਸੀ। ਗੁਰੂ ਬਾਬੇ ਨੇ ਭਾਈ ਲਾਲੋ ਦੇ ਘਰ ਵਿੱਚ ਬੈਠ ਕੇ ਰੱਬੀ ਬਾਣੀ ਰਾਹੀਂ ਲੋਕਾਂ ਦੀ ਜ਼ਹਿਨੀਅਤ ਵਿੱਚ, ਲੋਕਾਂ ਦੀ ਸੋਚ ਵਿੱਚ ਇੱਕ ਜੁਰਤ ਭਰ ਦਿੱਤੀ। ਉਧਰੋਂ ਸਾਲ ਬਾਅਦ ਇੱਕ ਐਸਾ ਸਮਾਂ ਆਉਂਦਾ ਸੀ ਜਦੋਂ ਮਲਕ ਭਾਗੋ ਇੱਕ ਬ੍ਰਹਮ ਭੋਜ ਕਰਦਾ। ਆਪਣੇ ਸਿਪਾਹੀਆਂ ਰਾਹੀਂ ਲੋਕਾਂ ਤੋਂ ਜ਼ਬਰਦਸਤੀ ਰਸਦਾਂ ਇਕੱਠੀਆਂ ਕਰਵਾਉਂਦਾ। ਲੋਕਾਂ ਤੋਂ ਰਸਦਾਂ ਇਕੱਠੀਆਂ ਕਰਵਾ ਕੇ ਆਪਣੇ ਘਰ ਵਿੱਚ ਬ੍ਰਹਮ ਭੋਜ ਕਰਕੇ ਨਾਮ ਆਪਣਾ ਚਮਕਾਉਂਦਾ ਸੀ। ਗਰੀਬਾਂ ਨੂੰ ਸਤਾਉਂਦਾ ਸੀ, ਗਰੀਬਾਂ ਨੂੰ ਡਰਾਉਂਦਾ ਸੀ। ਉਹਦੇ ਘਰ ਵਿੱਚ ਬ੍ਰਹਮ ਭੋਜ ਹੋ ਰਿਹਾ ਹੈ। ਇੱਕ ਪਾਸੇ ਉੱਚੀ ਜਾਤੀ ਦੇ ਬ੍ਰਾਹਮਣ ਬੈਠੇ ਨੇ, ਉਹਨਾਂ ਦੀ ਪੰਗਤ ਵੀ ਅਲੱਗ ਹੈ, ਉਹਨਾਂ ਦੀ ਖਾਣਾ ਵੀ ਅਲੱਗ ਹੈ।
ਦੂਸਰੇ ਪਾਸੇ ਵੈਸ਼ ਜਾਤੀ ਦੇ ਬੈਠੇ ਨੇ, ਤੀਸਰੇ ਪਾਸੇ ਖੱਤਰੀ ਜਾਤੀ ਦੇ ਬੈਠੇ ਨੇ। ਇੱਕ ਪਾਸੇ ਦੇ ਲੋਕਾਂ ਲਈ ਖਾਣਾ ਜ਼ਿਆਦਾ, ਦੂਸਰੇ ਪਾਸੇ ਦੇ ਲੋਕਾਂ ਲਈ ਉਦੋਂ ਘੱਟ, ਤੀਸਰੇ ਪਾਸੇ ਦੇ ਲੋਕਾਂ ਲਈ ਉਦੋਂ ਘੱਟ, ਤੇ ਗਰੀਬਾਂ ਵਾਸਤੇ ਬਚਿਆ ਖੁਚਿਆ। ਸਭ ਨੂੰ ਸੱਦਾ ਦਿੱਤਾ, ਗੁਰੂ ਬਾਬਾ ਨਹੀਂ ਗਏ। ਹੰਕਾਰੀ ਨੂੰ ਬੜਾ ਗੁੱਸਾ ਆਉਂਦਾ ਹੈ ਜਦੋਂ ਕੋਈ ਉਹਦੀ ਗੱਲ ਨਾ ਮੰਨੇ। ਤਾਂ ਮਲਕ ਭਾਗੋਂ ਹੰਕਾਰ ਕ੍ਰੋਧ ਦੀ ਅੱਗ ਵਿੱਚ ਸੜ ਗਿਆ। ਆਪਣੇ ਸਿਪਾਹੀਆਂ ਨੂੰ ਭੇਜਦਾ ਹੈ, ਜਾਓ ਗ੍ਰਿਫਤਾਰ ਕਰਕੇ ਲੈ ਕੇ ਆਓ, ਅਰੈਸਟ ਕਰਕੇ ਲੈ ਕੇ ਆਓ ਗੁਰੂ ਨਾਨਕ ਪਾਤਸ਼ਾਹ ਨੂੰ। ਜਦੋਂ ਸਿਪਾਹੀ ਜਾਂਦੇ ਨੇ, ਗੁਰੂ ਪਾਤਸ਼ਾਹ ਦੀ ਤੱਕਣੀ, ਗੁਰੂ ਪਾਤਸ਼ਾਹ ਦੇ ਬਚਨ, ਗੁਰੂ ਪਾਤਸ਼ਾਹ ਦੇ ਚਿਹਰੇ ਦੀ ਨੁਹਾਰ ਦੇਖ ਕੇ ਉਹਨਾਂ ਦੀ ਹਿੰਮਤ ਨਹੀਂ ਪੈਂਦੀ। ਕਹਿਣ ਲੱਗੇ, ਗੁਰੂ ਪਾਤਸ਼ਾਹ ਅਸੀਂ ਤਾਂ ਸਰਕਾਰ ਦੇ ਬੱਧੇ ਹੋਏ ਹਾਂ, ਕਿਰਪਾ ਕਰੋ ਸਾਡੀ ਲਾਜ ਰਹਿ ਜਾਏਗੀ, ਤੁਸੀਂ ਨਾਲ ਚੱਲੋ, ਸਾਡੇ ਗੁਰੂ ਪਾਤਸ਼ਾਹ ਪਹੁੰਚਦੇ ਨੇ। ਜਿਹੜੇ ਬ੍ਰਾਹਮਣ ਉੱਚੀ ਜਾਤੀ ਦੇ ਬੈਠੇ ਨੇ ਉਹ ਸ਼ਰਮਿੰਦੇ ਹੋ ਗਏ ਨੇ, ਕਿਉਂਕਿ ਇੰਨਾ ਸੱਦਣ ਪਿੱਛੇ ਜ਼ੋਰ ਉਹਨਾਂ ਨੂੰ ਨਹੀਂ ਸੀ ਲਾਇਆ ਗਿਆ ਜਿੰਨਾ ਗੁਰੂ ਬਾਬੇ ਨੂੰ ਸੱਦਣ ਪਿੱਛੇ ਲਾਇਆ। ਉਹ ਬ੍ਰਾਹਮਣ ਭਾਵੇਂ ਧਰਮੀ ਖਵਾਉਂਦੇ ਸਨ, ਅੰਦਰੋਂ ਲੋਭੀ ਸੀ। ਲੋਭੀ ਹੋਣ ਕਰਕੇ ਉਹ ਮਲਕ ਭਾਗੋ ਦੇ ਅੱਗੇ ਨੀਵੀਆਂ ਪਾ ਕੇ ਬੈਠਦੇ ਸੀ, ਝੁਕਦੇ ਸੀ। ਗਰੀਬ ਵਿਚਾਰੇ ਡਰ ਵਿੱਚ, ਦਹਿਸ਼ਤ ਵਿੱਚ ਬੈਠਦੇ ਸਨ। ਪਹਿਲੀ ਵਾਰ ਕੋਈ ਆਇਆ ਜਿਹਨੇ ਨਜ਼ਰਾਂ ਨਾਲ ਨਜ਼ਰਾਂ ਮਿਲਾਈਆਂ। ਇੱਕ ਜੁਰਤ ਦੇ ਵਿੱਚ ਜਦੋਂ ਮਲਕ ਭਾਗੋ ਵੱਲ ਤੱਕ ਕੇ ਕਿਹਾ, ਮਲਕ ਭਾਗੋ ਦੱਸ ਮੈਨੂੰ ਕਿਉਂ ਬੁਲਾਇਆ ਜੇ? ਕਹਿਣ ਲੱਗੇ, ਜੀ ਬ੍ਰਹਮ ਭੋਜ ਦਾ ਸੱਦਾ। ਸਤਿਗੁਰੂ ਕਹਿਣ ਲੱਗੇ, ਤੇਰਾ ਸੱਦਾ ਤਾਂ ਮੈਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ। ਕਹਿਣ ਲੱਗਾ, ਜੇ ਆ ਹੀ ਗਏ ਹੋ ਤੇ ਦੱਸੋ ਕਿੱਥੇ ਬਿਠਾਈਏ, ਕਿਹੜੀ ਪੰਕਤੀ ਵਿੱਚ ਬਿਠਾਈਏ, ਅਸੀਂ ਛਕੀਏ। ਸਤਿਗੁਰੂ ਕਹਿਣ ਲੱਗੇ, ਮੈਂ ਨਹੀਂ ਖਾਣਾ ਤੇਰੇ ਘਰ ਦਾ। ਉਹ ਜਿਹੜੇ ਗਰੀਬ ਬੈਠੇ ਸੀ, ਸਾਰਾ ਪਿੰਡ ਬੈਠਾ ਸੀ, ਪਹਿਲੀ ਵਾਰ ਦੇਖ ਰਹੇ ਆ ਕੋਈ ਜਿਨ੍ਹਾਂ ਨੇ ਸਾਨੂੰ ਸਤਾਇਆ, ਜਿਨ੍ਹਾਂ ਨੇ ਸਾਨੂੰ ਦੁਖੀ ਕੀਤਾ, ਕੋਈ ਅੱਜ ਉਹਨਾਂ ਨਾਲ ਨਜ਼ਰਾਂ ਮਿਲਾ ਕੇ ਗੱਲਾਂ ਕਰ ਰਿਹਾ। ਸਾਰੇ ਬ੍ਰਾਹਮਣ ਟਿਕਟਿਕੀ ਲਾ ਕੇ ਦੇਖਣ ਲੱਗ ਪਏ, ਆ ਕੀ ਹੋ ਰਿਹਾ, ਕਿਉਂਕਿ ਬੜਾ ਵੱਖਰਾ ਸੀ। ਉਹ ਗਰੀਬ ਅੰਦਰੋਂ ਅੰਦਰੀ ਖੁਸ਼ ਹੋ ਰਹੇ ਨੇ, ਚੰਗਾ ਹੋਇਆ ਜਿਹਨੇ ਸਾਨੂੰ ਦੁਖੀ ਕੀਤਾ ਸੀ, ਅੱਜ ਉਹਨੂੰ ਕੋਈ ਪੁੱਛਣ ਆ ਗਿਆ। ਉਹਨਾਂ ਦੇ ਹਿਰਦੇ ਬੜੇ ਖੁਸ਼ ਨੇ ਕਿ ਜਿਨ੍ਹਾਂ ਨੇ ਸਾਨੂੰ ਡਰਾ ਡਰਾ ਕੇ ਸਾਡਾ ਖੂਨ ਪਿਸਦਾ ਪਿਆ, ਸਾਡੇ ਬੱਚੇ ਡਰਪੋਕ ਬਣਾ ਦਿੱਤੇ ਗਏ ਨੇ। ਸ਼ੁਕਰ ਹੈ ਅੱਜ ਕੋਈ ਇਹਨਾਂ ਨੂੰ ਕੋਈ ਪੁੱਛ ਰਿਹਾ ਸਵਾਲ। ਤਾਂ ਗੁਰੂ ਬਾਬਾ ਕਹਿਣ ਲੱਗੇ, ਮੈਂ ਨਹੀਂ ਛਕਣਾ। ਪੁੱਛਦਾ, ਕਿਉਂ ਨਹੀਂ ਛਕਣਾ? ਸਤਿਗੁਰੂ ਕਹਿਣ ਲੱਗੇ, ਆ ਜਿਹੜੇ ਗਰੀਬ ਬੈਠੇ ਜੇ ਦਿਸਦੇ ਜੇ, ਇਹਨਾਂ ਦਾ ਖੂਨ ਚੂਸ ਚੂਸ ਕੇ ਤੂੰ ਮਾਲ ਪੂੜੇ ਤਿਆਰ ਕੀਤੇ ਨੇ। ਉਹਨੇ ਸਵਾਲ ਕੀਤਾ, ਫਿਰ ਤੁਸੀਂ ਇੱਕ ਗਰੀਬ ਲਾਲੋ ਦੇ ਘਰ ਵਿੱਚ ਕੋਦਰਵ ਦਾ ਸੁੱਕਾ ਟੁੱਕਰ ਕਿਵੇਂ ਖਾ ਰਹੇ ਹੋ? ਸਤਿਗੁਰੂ ਕਹਿਣ ਲੱਗੇ, ਉਹਦੀ ਇਮਾਨਦਾਰੀ ਦੀ ਕਿਰਤ ਦੇ ਵਿੱਚੋਂ ਦੁੱਧ ਝਲਕਦਾ ਏ। ਪਹਿਲੀ ਵਾਰ ਗਰੀਬਾਂ ਨੂੰ ਮਹਿਸੂਸ ਹੋਇਆ ਕਿ ਅਸੀਂ ਆਪਣੇ ਆਪ ਵਿੱਚ ਠੀਕ ਹਾਂ। ਪਹਿਲੀ ਵਾਰ ਗਰੀਬਾਂ ਨੂੰ ਲੱਗਿਆ ਕਿ ਅਸੀਂ ਰੱਬ ਦੀਆਂ ਨਜ਼ਰਾਂ ਵਿੱਚ ਸੁਰਖਰੂ ਹਾਂ। ਤੇ ਪਹਿਲੀ ਵਾਰ ਮਲਕ ਭਾਗੋ ਨੂੰ ਲੱਗਿਆ ਕਿ ਮੈਂ ਰੱਬ ਦੀਆਂ ਨਜ਼ਰਾਂ ਵਿੱਚ ਸ਼ਰਮਿੰਦਾ ਹਾਂ। ਸਤਿਗੁਰੂ ਜੀ ਦਾ ਇਹ ਵਰਤਾਰਾ ਸੁਣ ਕੇ ਉਹਨਾਂ ਗਰੀਬਾਂ ਦੇ ਅੰਦਰ ਇੱਕ ਜੁਰਤ ਭਰ ਗਈ ਕਿ ਜੇ ਗੁਰੂ ਬਾਬੇ ਨੇ ਅੱਜ ਮਲਕ ਭਾਗੋ ਨਾਲ ਨਜ਼ਰਾਂ ਮਿਲਾ ਕੇ ਅੱਜ ਕੌੜੀਆਂ ਕੁਸੈਲੀਆਂ ਸੁਣਾ ਦਿੱਤੀਆਂ ਨੇ, ਉਹਨਾਂ ਗਰੀਬਾਂ ਅੰਦਰ ਇੱਕ ਜੁਰਤ ਭਰ ਗਈ ਕਿ ਜੇ ਸਾਡੇ ਚੋਂ ਹੀ ਇੱਕ ਗਰੀਬ ਮਲਕ ਵਾਹਿਗੁਰੂ ਭਾਈ ਲਾਲੋ ਇਤਨੀ ਹਿੰਮਤ ਕਰ ਸਕਦਾ ਏ, ਆਪਣੇ ਘਰ ਵਿੱਚ ਗਰੀਬਾਂ ਦੀ ਆਵਾਜ਼ ਬਣ ਸਕਦਾ ਏ, ਆਪਣੇ ਘਰ ਵਿੱਚ ਇੱਕ ਹੰਕਾਰੀਆਂ ਨੂੰ ਤਾੜਨਾ ਬਣ ਸਕਦਾ ਏ, ਅਸੀਂ ਵੀ ਭਾਈ ਲਾਲੋ ਵਰਗੇ ਬਣੀਏ। ਜਦੋਂ ਮਲਕ ਭਾਗੋ ਦੇਖਦਾ ਏ ਉਹਨਾਂ ਗਰੀਬਾਂ ਦੀਆਂ ਨਜ਼ਰਾਂ ਵਿੱਚ ਆਈ ਹੋਈ ਨਵੀਂ ਜੁਰਤ,
ਜਦੋਂ ਮਲਕ ਭਾਗੋ ਦੇਖਦਾ ਹੈ ਉਹਨਾਂ ਗਰੀਬਾਂ ਦੇ ਵਿੱਚ ਆਇਆ ਹੋਇਆ ਇੱਕ ਜੋਸ਼, ਮਲਕ ਭਾਗੋ ਨੂੰ ਪਤਾ ਲੱਗ ਗਿਆ ਕਿ ਇਹ ਪਿੰਡ ਦੇ ਲੋਕਾਂ ਨੇ ਹੁਣ ਮੈਨੂੰ ਹਾਕਮ ਨਹੀਂ ਮੰਨਣਾ। ਗੁਰੂ ਪਾਤਸ਼ਾਹ ਦੇ ਚਰਨਾਂ ਤੇ ਟਹਿ ਪਿਆ, ਕਹਿਣ ਲੱਗਾ, ਗੁਰੂ ਪਾਤਸ਼ਾਹ ਮੈਨੂੰ ਮਾਫ ਕਰ ਦੇਵੋ, ਮੇਰੀਆਂ ਅੱਖਾਂ ਤੇ ਹੰਕਾਰ ਦੀ ਪੱਟੀ ਵੱਜੀ ਪਈ ਸੀ, ਮੇਰੀਆਂ ਅੱਖਾਂ ਤੇ ਆਪਣੀ ਧਨ ਦੌਲਤ ਸ਼ੋਹਰਤ ਤੇ ਪਦਵੀ ਦੇ ਹੰਕਾਰ ਦੀਆਂ ਪੱਟੀਆਂ ਵੱਜਣ ਕਰਕੇ ਮੈਨੂੰ ਸੱਚ ਨਹੀਂ ਸੀ ਦਿਸਦਾ, ਮੈਂ ਝੂਠ ਨੂੰ ਸੱਚ ਮੰਨੀ ਬੈਠਾ ਸੀ, ਮੈਨੂੰ ਮਾਫ ਕਰ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿੱਦਾਂ ਗਰੀਬਾਂ ਦਾ ਖੂਨ ਚੂਸ ਚੂਸ ਕੇ ਮਹਿਲ ਮਾੜੀਆਂ ਬਣਾਈਆਂ ਨੇ, ਇਦਾਂ ਗਰੀਬਾਂ ਵਿੱਚ ਵੰਡ ਦੇ ਸਭ ਕੁਝ। ਮਲਕ ਭਾਗੋ ਗੁਰੂ ਦੇ ਚਰਨਾਂ ਤੇ ਟਹਿ ਪੈਂਦਾ ਏ, ਗੁਰੂ ਬਾਬੇ ਦਾ ਹੋ ਜਾਂਦਾ ਏ। ਗੁਰਪੁਰਬ ਮਨਾ ਰਹੇ ਹਾਂ, ਸੁਭਾਅ ਬਦਲਣਾ ਚਾਹੀਦਾ, ਸੋਚ ਬਦਲਣੀ ਚਾਹੀਦੀ ਹੈ। ਜੇ ਗੁਰੂ ਪਾਤਸ਼ਾਹ ਅੱਜ ਰੀਝ ਗਏ, ਅੱਜ ਖੁਸ਼ ਹੋ ਗਏ, ਘਰ ਦਾ ਮਾਹੌਲ ਬਦਲੇਗਾ। ਜੇ ਗੁਰੂ ਬਾਬਾ ਅੱਜ ਸਾਡੇ ਤੇ ਖੁਸ਼ ਹੋ ਗਏ, ਸਾਡੇ ਬੱਚਿਆਂ ਵਿੱਚ ਗੁਰਬਾਣੀ ਦਾ ਪਿਆਰ ਬਣੇਗਾ, ਗੁਰਸਿੱਖੀ ਦਾ ਪਿਆਰ ਬਣੇਗਾ, ਗੁਰਮਤਿ ਦਾ ਪਿਆਰ ਬਣੇਗਾ। ਪਰ ਇੱਕ ਗੱਲ ਯਾਦ ਰੱਖਿਓ, ਗੁਰੂ ਬਾਬਾ ਗੱਲੀ ਬਾਤੀ ਨਹੀਂ ਰੀਝਣਗੇ, ਨਾ ਕਰਮ ਕਾਂਡਾਂ ਤੇ ਰੀਝਣਗੇ, ਨਾ ਬਾਹਰੀ ਵਿਖਾਵਿਆਂ ਤੇ ਰੀਝਣਗੇ। ਉਹ ਤਾਂ ਰੱਬੀ ਰੂਹ ਵਾਲੀਆਂ, ਰੱਬੀ ਪਿਆਰ ਵਾਲੀਆਂ ਰੂਹਾਂ ਦੇ ਪਾਤਸ਼ਾਹ ਨੇ। ਉਹ ਤਾਂ ਹਿਰਦੇ ਦੇ ਪਿਆਰ ਵਿੱਚੋਂ ਆਪਾ ਵਾਰਨ ਦੀ ਭਾਵਨਾ ਤੇ ਰੀਝਣਗੇ। ਗੁਰੂ ਪਾਤਸ਼ਾਹ ਕਿਰਪਾ ਕਰਨ। ਗੁਰੂ ਬਾਬਾ ਕਿੱਦਾਂ ਖੁਸ਼ ਹੁੰਦੇ ਨੇ, ਜਿਹੜੇ ਪਿਤਾ ਤੇ ਖੁਸ਼ ਨਹੀਂ ਹੋਏ, ਧੀ ਤੇ ਖੁਸ਼ ਹੋ ਗਏ, ਭੈਣ ਤੇ ਖੁਸ਼ ਹੋ ਕੇ ਉਹਦੇ ਹਿਰਦੇ 'ਚ ਬੈਠ ਗਏ। ਉਹ ਗੁਰੂ ਪਾਤਸ਼ਾਹ ਨੂੰ ਕਿਵੇਂ ਖੁਸ਼ ਕੀਤਾ ਜਾਵੇ, ਉਹਦੇ ਭੇਦ ਸਮਝ ਆ ਜਾਣ, ਉਹਦੇ ਲਈ ਹਰ ਗੁਰੂ ਕਾ ਗੁਰਸਿੱਖ ਅਰਥਾਂ ਸਮੇਤ ਸਹਿਜ ਪਾਠ ਕਰੇ। ਪਰਿਵਾਰ ਦੇ ਜਿੰਨੇ ਮੈਂਬਰ ਨੇ, ਹਰ ਮੈਂਬਰ ਅਰਥਾਂ ਸਮੇਤ ਸਹਿਜ ਪਾਠ ਕਰੇ। ਗੁਰਬਾਣੀ ਦੀਆਂ ਰਮਜ਼ਾਂ ਉਪਦੇਸਾਂ ਨੂੰ ਸਮਝੇ, ਜ਼ਿੰਦਗੀ ਵਿੱਚ ਜਿਉਵੇਂ, ਤਾਂ ਕਿ ਸਾਡੇ ਗੁਰਪੁਰਬ ਮਨਾਏ ਸਫਲ ਹੋ ਜਾਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਇਹਨਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਾਮ ਸਿੰਘ ਜੀ, ਆਪ ਜੀ ਨੂੰ ਗੁਰਮਤਿ ਵਿਚਾਰਾਂ ਨਾਲ, ਕਥਾ ਵਿਚਾਰਾਂ ਨਾਲ ਨਿਹਾਲ ਕਰ ਰਹੇ ਸਨ।